ਜਿਹੜੇ ਕਾਨੂੰਨ ਪਾਸ ਕੀਤੇ ਹੈ ਭਾਰਤ ਸਰਕਾਰ ਦਾ ਕੋਈ ਅੰਦਰੂਨੀ ਮਸਲਾ ਨਹੀਂ। ਤਿੰਨੇ ਹੀ ਸੰਸਥਾਵਾਂ ਜਿਹੜੀਆਂ ਆ ਉਹ ਤੇ ਕੰਟਰੋਲ ਅਮਰੀਕਾ ਦਾ ਆ। ਰਾਜਿਆੜ ਹੋਣੀ, ਲਖੌੜ ਹੋਣੀ WTO ਦਾ ਹਮਾਇਤ ਕਰਦੇ ਸੀ। ਜਿਵੇਂ ਉਦੋਂ ਈਸਟ ਇੰਡੀਆ ਕੰਪਨੀ ਲੁੱਟਦੀ ਸੀ, ਆਪਣੀ ਮਰਜ਼ੀ ਦਾ ਵਪਾਰ ਚਲਾਉਂਦੀ ਸੀ, ਹੁਣ ਇਹਨਾਂ ਕਾਨੂੰਨਾਂ ਨਾਲ ਸਰਕਾਰ ਨੂੰ ਵਪਾਰ ਚੋਂ ਬਾਹਰ ਕੱਢਣਾ ਚਾਹੁੰਦੇ ਨਹੀਂ। ਉਹ ਭੁਲੇਖਾ ਤੋਮਰ ਸਾਹਿਬ ਨੂੰ, ਤੋਮਰ ਸਾਹਿਬ ਕੋਲ ਕੋਈ ਰਾਈਟ ਨਹੀਂ ਗਾ। ਦੀ ਮੀਟਿੰਗ 'ਚ ਕੈਪਟਨ ਸਾਹਿਬ ਜਾਂਦੇ ਆ, ਮਨਪ੍ਰੀਤ ਬਾਦਲ ਹੋਰੀ ਜਾਂਦੇ ਆ। ਕਾਂਗਰਸ ਵਾਲਿਆਂ ਦਾ ਕਾਨੂੰਨ ਇਹ ਸ਼ੁਰੂ ਕੀਤੇ ਸੀ, ਬਣੇ ਵੀ ਉਸ ਵੇਲੇ ਸੀ। ਮੋਦੀ ਕਹਿੰਦਾ ਮਨਮੋਹਨ ਸਿੰਘ ਦਾ ਕੰਮ ਮੈਨੂੰ ਕਰਨਾ ਪੈ ਰਿਹਾ। ਰਾਸ਼ਟਰਪਤੀ ਤੇ ਗਵਰਨਰ ਜਿਹੜੇ ਆ ਇਹ ਸੈਂਟਰ ਦੇ ਟੂਲ ਬਣ ਕੇ ਬੈਠੇ ਆ। 23 ਮਾਰਚ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਇਸ ਵਾਰ ਕੁਝ ਹੋਰ ਜ਼ਿਆਦਾ ਮਾਇਨੇ ਖੇਜ਼ ਹੋ ਗਿਆ ਆ, ਕਿਉਂਕਿ ਜਨ ਅੰਦੋਲਨ ਜਿਹਨੂੰ ਕੋਈ ਕਿਸਾਨ ਅੰਦੋਲਨ ਵੀ ਕਹਿ ਰਹੇ ਨੇ ਔਰ ਅੰਤਰਰਾਸ਼ਟਰੀ ਕੌਮਾਂਤਰੀ ਅੰਦੋਲਨ ਦਾ ਨਾਮ ਵੀ ਦਿੱਤਾ ਜਾ ਰਿਹਾ, ਉਸ ਅੰਦੋਲਨ ਦਾ ਕਰਕੇ ਇਸ ਵਾਰ 23 ਮਾਰਚ ਨੂੰ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਜਿੱਥੇ ਸਿੰਘੂ, ਟੀਕਰੀ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਨੌਜਵਾਨਾਂ ਨੂੰ ਭਰਵਾਂ ਸੱਦਾ ਦਿੱਤਾ ਗਿਆ, ਉੱਥੇ ਹੀ ਖਟਕੜ ਕਲਾਂ ਦੇ ਵਿੱਚ ਵੀ ਅੱਜ ਵੱਡੀ ਕਾਨਫਰੰਸ ਕਿਸਾਨ ਮਜ਼ਦੂਰ ਨੌਜਵਾਨ ਏਕਤਾ ਮਹਾਸਭਾ ਬੁਲਾਈ ਗਈ ਸੀ। ਹਾਲਾਂਕਿ ਮੌਸਮ ਦੀ ਖਰਾਬੀ ਦਾ ਕਰਕੇ ਖਟਕੜ ਕਲਾਂ ਤੋਂ ਬੰਗੇ ਤੇ ਸ਼ਿਫਟ ਕਰ ਦਿੱਤੀ ਗਈ ਹੈ। ਇਸ ਵੇਲੇ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਨੇ ਕੁਲਵੰਤ ਸਿੰਘ ਸੰਧੂ ਹੋਰੀ। ਸੰਧੂ ਸਾਹਿਬ, ਜਗ੍ਹਾ ਤਬਦੀਲ ਕਰ ਦਿੱਤੀ ਹੈ, ਮੇਰਾ ਖਿਆਲ ਹੈ ਕਿ ਟੀਚੇ ਦੇ ਮਨੋਰਥ ਨਹੀਂ ਤਬਦੀਲ ਹੋਏ ਨਾ। ਉਹੀ ਟੀਚੇ ਆ ਜੀ, ਉਹੀ ਮਨੋਰਥ ਆ ਤੇ ਉਦਾਂ ਹੀ ਲੋਕਾਂ ਨੇ ਉਤਸ਼ਾਹ ਨਾ ਆਉਣਾ। ਤੁਸੀਂ ਜਸਵੀਰ ਜੀ ਬੜਾ ਸਾਡਾ ਸਹਿਯੋਗ ਦਿੱਤਾ ਇਸ ਅੰਦੋਲਨ ਵਿੱਚ। ਇੱਕ ਨੋਟ ਕਰਨ ਵਾਲੀ ਗੱਲ ਇਹ ਆ, ਅੰਦੋਲਨ ਤਾਂ ਇਹ ਕਿਸਾਨ ਅੰਦੋਲਨ ਤੋਂ ਵੱਧ ਕੇ ਲੋਕ ਅੰਦੋਲਨ ਬਣ ਗਿਆ। ਇਹ ਇੱਕ ਸਟੇਟ ਤੋਂ ਵੱਧ ਕੇ ਇੰਟਰਨੈਸ਼ਨਲ ਬਣ ਗਿਆ। ਵੱਡੀ ਗੱਲ ਇਹ ਆ ਵੀ ਇਸ ਅੰਦੋਲਨ ਦੀ ਵਿਲੱਖਣਤਾ ਇਹ ਆ, ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਆਜ਼ਾਦੀ ਦੀ ਲਹਿਰ ਚਲਾਈ ਸੀ ਜਾਂ 1857 ਦੇ ਗਦੋਂ ਤੋਂ ਸ਼ੁਰੂ ਹੋਈ ਸੀ 90 ਸਾਲ ਬਾਅਦ, ਅੱਜ 90 ਸਾਲ ਸ਼ਹੀਦ ਆਜ਼ਮ ਭਗਤ ਸਿੰਘ, ਰਾਜੂ ਸੁਖਦੇਵ ਨੂੰ ਸ਼ਹਾਦਤ ਦਾ ਹੋ ਗਿਆ। ਅੱਜ ਵੀ ਲੜਾਈ ਸਾਮਰਾਜ ਦੇ ਖਿਲਾਫ ਹੀ ਆ। ਜੋ ਭਗਤ ਸਿੰਘ ਨੇ ਕਿ 2 ਨਾਅਰੇ ਲਾਏ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਟੋਟਲ ਨਾਅਰੇ 2 ਆ, ਇੱਕ ਪੂਰਾ ਨਹੀਂਗਾ। ਅੱਜ ਸਾਮਰਾਜ ਦਾ ਹਮਲਾ ਉਨਾ ਹੀ ਤੇਜ਼ ਆ ਜਿੰਨਾ ਇੰਗਲੈਂਡ ਵੇਲੇ ਸੀ। ਉਦੋਂ ਇੱਕ ਕੰਪਨੀ ਸੀ, ਅੱਜ ਸੈਂਕੜੇ ਕੰਪਨੀਆਂ ਸਾਡੇ ਤੇ ਹਮਲਾ ਕਰ ਰਹੀਆਂ। ਜਿਹੜੇ ਕਾਨੂੰਨ ਪਾਸ ਕੀਤੇ ਹੈ ਭਾਰਤ ਸਰਕਾਰ ਦਾ ਕੋਈ ਅੰਦਰੂਨੀ ਮਸਲਾ ਨਹੀਂ। ਇਹਦੇ ਪਿੱਛੇ WTO ਆ, ਇਹਦੇ ਪਿੱਛੇ ਵਿਸ਼ਵ ਵਪਾਰ ਸੰਸਥਾ ਆ, ਇਹਦੇ ਪਿੱਛੇ ਵਿਸ਼ਵ ਬੈਂਕ ਆ, ਇਹ IMF ਆ। ਤਿੰਨੇ ਹੀ ਸੰਸਥਾਵਾਂ ਜਿਹੜੀਆਂ ਆ ਉਹ ਤੇ ਕੰਟਰੋਲ ਅਮਰੀਕਾ ਦਾ ਆ। ਉਹਨਾਂ ਦਾ ਪ੍ਰੈਸ਼ਰ ਇਹਨਾਂ ਆ ਵੀ ਵਪਾਰ ਦੇ ਵਿੱਚ ਸਰਕਾਰਾਂ ਦਖਲ ਨਾ ਦੇਣ। ਜਿਵੇਂ ਉਦੋਂ ਈਸਟ ਇੰਡੀਆ ਕੰਪਨੀ ਲੁੱਟਦੀ ਸੀ, ਆਪਣੀ ਮਰਜ਼ੀ ਦਾ ਵਪਾਰ ਚਲਾਉਂਦੀ ਸੀ, ਹੁਣ ਇਹਨਾਂ ਕਾਨੂੰਨਾਂ ਨਾਲ ਸਰਕਾਰ ਨੂੰ ਵਪਾਰ ਚੋਂ ਬਾਹਰ ਕੱਢਣਾ ਚਾਹੁੰਦੇ ਆ। ਕਾਨੂੰਨ ਬਾਰੇ ਤੁਸੀਂ ਜਾਣਦੇ ਹੋ, ਪਰ ਇਹ ਦੂਜੀ ਸਾਮਰਾਜ ਦੇ ਵਿਰੋਧ 'ਚ ਲੜਾਈ ਆ। ਮੋਦੀ ਉਹਦਾ ਇੱਕ ਪਹਿਲਾ ਪੜਾਅ ਆ ਤੇ ਇਹ ਦਬਾਅ ਹੁਣ ਮੋਦੀ ਤੇ ਇੱਕ ਪਾਸੇ ਸਾਮਰਾਜੀਆਂ ਦਾ ਆ, ਇੱਕ ਪਾਸੇ ਲੋਕਾਂ ਦਾ ਦਬਾਅ ਆ। ਲੋਕਾਂ ਦਾ ਦਬਾਅ ਵੱਧ ਗਿਆ ਤੇ ਲੋਕ ਜਿੱਤ ਜਾਣਗੇ। ਜੇ ਲੋਕਾਂ ਦਾ ਦਬਾਅ ਨਾ ਵਧਿਆ ਤੇ ਫਿਰ ਇਹ ਕਾਨੂੰਨ ਇੱਦਾਂ ਲਾਗੂ ਰਹਿਣਗੇ, ਲੋਕਾਂ ਦਾ ਨੁਕਸਾਨ ਹੋਊਗਾ। ਸੰਧੂ ਸਾਹਿਬ, ਕੈਪੀਟਲਿਜ਼ਮ ਤੋਂ ਗਾਂ ਇੱਕ ਕਦਮ ਕਰੋਨੀ ਕੈਪੀਟਲਿਜ਼ਮ ਤੱਕ ਅਸੀਂ ਜਿਹੜੇ ਉਹ ਪਹੁੰਚ ਗਏ ਆ ਔਰ ਮੋਦੀ ਸਰਕਾਰ ਨੇ ਸਾਫ਼ ਤੌਰ ਤੇ ਕਹਿਤਾ ਹੈ ਕਿ ਵਪਾਰ ਕਰਨਾ ਸਰਕਾਰਾਂ ਦਾ ਕੰਮ ਨਹੀਂ ਹੁੰਦਾ, ਇਸ ਕਰਕੇ ਨਿੱਜੀ ਹੱਥਾਂ 'ਚ ਸਾਰਾ ਕੁਝ ਸੌਂਪ ਦੇਣਾ। ਜਿੱਦਾਂ ਦਾ ਤਕਰੀਬਨ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ, ਡੈਡਲੌਕ ਬਣੇ ਨੂੰ ਗੱਲਬਾਤ ਕੋਈ ਨਹੀਂ ਹੋਈ। ਉਸ ਤੋਂ ਬਾਅਦ 20 ਰੈਲੀਆਂ ਪੱਛਮੀ ਬੰਗਾਲ 'ਚ ਕਰ ਸਕਦੇ ਨੇ ਪ੍ਰਧਾਨ ਮੰਤਰੀ ਅਮਿਤ ਸ਼ਾਹ, ਗ੍ਰਹਿ ਮੰਤਰੀ 50 ਰੈਲੀਆਂ ਉੱਥੇ ਕਰ ਸਕਦੇ, ਇੱਕ ਮੁਲਾਕਾਤ ਇੱਥੇ ਕਿਸਾਨ ਜਥੇਬੰਦੀਆਂ ਨਾਲ ਨਹੀਂ ਹੋ ਸਕਦੀ। ਲੱਗਦਾ ਹੈ ਕਿ ਲੋਕ ਘੋਲ ਤਾਂ ਬੜੇ ਜੋਸ਼ ਖਰੋਸ਼ ਦੇ ਨਾਲ ਲੜਿਆ ਜਾ ਰਿਹਾ। ਇਹ ਕਿਸੇ ਸਿੱਟੇ ਤੇ ਇਸ ਤਰੀਕੇ ਨਾਲ ਪਹੁੰਚ ਪਾਏਗਾ ਜੇ ਸਰਕਾਰ ਬਜ਼ੇਦੀ ਹੋ ਗਈ ਕਿ ਮੈਂ ਕੰਮ ਕਰਨਾ ਹੀ ਨਹੀਂ, ਇਹ ਵਾਲਾ ਨਿੱਜੀਕਰਨ ਵੱਲ ਭੇਜਣਾ ਹੀ ਭੇਜਣਾ ਸਾਰੀਆਂ ਚੀਜ਼ਾਂ ਨੂੰ। ਇਹ ਇੰਟਰਨੈਸ਼ਨਲ ਫਨੋਮਨਾ ਆ। ਰਸ਼ੀਆ ਦਾ ਨੁਕਸਾਨ ਹੋਣ ਤੋਂ ਬਾਅਦ ਉਸੇ ਵੇਲੇ ਇਮੀਡੀਏਟ ਸ਼ੁਰੂ ਹੋ ਗਈਆਂ ਸੀਗੀਆਂ ਨੀਤੀਆਂ। ਇਹ ਕੈਪੀਟਲਿਜ਼ਮ ਦਾ ਇੱਕ ਗਿਣਿਆ ਮਿਥਾ ਮੈਥਡ ਹੁੰਦਾ ਵੀ ਇਹਦੇ ਵਿੱਚ 8-10 ਸਾਲ ਬਾਅਦ ਰਸੈਸ਼ਨ ਆਉਂਦਾ। ਐਤਕੀ ਦਾ ਰਸੈਸ਼ਨ ਸਭ ਤੋਂ ਲੰਬਾ ਰਸੈਸ਼ਨ ਆ। ਇਹ 8 ਤੋਂ ਸ਼ੁਰੂ ਹੋਇਆ, 14-13 ਸਾਲ ਹੋ ਗਏ ਆ ਇਹ, ਔਰ ਲਗਾਤਾਰ ਇਹ ਰਹਿਣਾ ਹਾਲੇ, ਕਿਉਂਕਿ ਰਸੈਸ਼ਨ ਐਡਾ ਲੰਬਾ ਪਹਿਲਾਂ ਕਦੇ ਨਹੀਂ ਆਇਆ। 13 'ਚ ਰਸੈਸ਼ਨ ਆਇਆ, ਵਰਲਡ ਵਾਰ ਲੱਗ ਗਈ। 30 'ਚ ਰਸੈਸ਼ਨ ਆਇਆ, ਸੈਕੰਡ ਵਰਲਡ ਵਾਰ ਲੱਗ ਗਈ। ਹੁਣ ਵਰਲਡ ਵਾਰ ਨਹੀਂ ਲੱਗ ਸਕਦੀ। ਹੁਣ ਇਹਨੂੰ ਕਾਨੂੰਨੀ ਤੌਰ ਤੇ ਉਹ ਬੰਨ੍ਹ ਕੇ ਰੱਖਣਾ ਚਾਹੁੰਦੇ ਆ ਦੂਜੀਆਂ ਸਰਕਾਰਾਂ ਨੂੰ, ਤੇ ਸਾਡੀ ਸਰਕਾਰ ਵੀ ਉਹਦਾ ਪਾਰਟ ਐਂਡ ਪਾਰਸਲ ਆ। ਕਰੋਨੀ ਕੈਪੀਟਲਿਜ਼ਮ ਇਹਦਾ ਇੱਕ ਪੂੰਜੀਵਾਦ ਦਾ ਹਿੱਸਾ ਹੀ ਆ।
ਇਹ ਥੋੜੇ ਤੋਂ ਥੋੜੇ ਲੋਕਾਂ ਦੇ ਹੱਥਾਂ 'ਚ ਧਨ ਇਕੱਠਾ ਹੋਣਾ ਹੁੰਦਾ, ਉਹ ਤੁਸੀਂ ਸਾਰੇ ਜਾਣਦੇ ਹੋ। ਇਹ ਕੋਈ ਐਡੀ ਵੱਡੀ ਗੱਲ ਨਹੀਂ, ਪਰ ਉਹਦੇ ਖਿਲਾਫ ਕਹਿੰਦੇ ਹੁੰਦੇ ਆ ਪੂੰਜੀਵਾਦ ਆਪਣੀ ਦੇ ਟੋਆ ਆਪ ਹੀ ਪੜਦਾ। ਜਿੰਨਾ ਧਨ ਥੋੜੇ ਹੱਥਾਂ 'ਚ ਇਕੱਠਾ ਹੋਣਾ ਉਨੀ ਵਿਰੋਧਤਾ ਵਧਣੀ ਹੈ। ਅਸੀਂ ਜਿਹੜਾ ਅੰਦੋਲਨ ਸ਼ੁਰੂ ਕੀਤਾ ਸਾਨੂੰ ਆਸ ਨਹੀਂ ਸੀ ਵੀ ਐਡੇ ਵੱਡੇ ਪੱਧਰ ਤੇ ਅੰਦੋਲਨ ਬਣ ਜੂ। ਛੋਟੀ ਇੰਡਸਟਰੀ, ਦੁਕਾਨਦਾਰ, ਆੜ੍ਹਤੀਆਂ ਨਾਲ ਹੀ ਲੜੀ ਜਾਂਦੇ ਹੁੰਦੇ ਸੀ। ਆੜ੍ਹਤੀਆਂ ਸਾਡੇ ਨਾਲ ਖੜੇ ਆ, ਦੁਕਾਨਦਾਰ ਨਾਲ ਖੜੇ ਆ, ਛੋਟੇ ਇੰਡਸਟਰੀਜ਼ ਨਾਲ ਖੜੇ ਆ, ਟਰਾਂਸਪੋਰਟ ਨਾਲ ਖੜੇ ਆ। ਲੋਕ ਅੰਦੋਲਨ ਬਣਨ ਦਾ ਕਾਰਨ ਹੀ ਇਹ ਆ ਵੀ ਕਾਰਪੋਰੇਟਾਂ ਦੇ ਖਿਲਾਫ ਸਾਰਾ ਲੋਕਾਈ ਇਕੱਠੀ ਹੋ ਗਈ ਆ। ਇਹ ਇਕੱਲਾ ਭਾਰਤ ਤੱਕ ਨਹੀਂ ਸੀਮਿਤ ਰਹਿਣਾ, ਪਾਕਿਸਤਾਨ 'ਚ ਹੋ ਕੇ ਹਟਿਆ, ਦੱਖਣੀ ਅਫਰੀਕਾ ਦੇ ਕਿਸਾਨ ਤਿਆਰੀ ਕਰ ਰਹੇ ਆ। ਇਹ ਵਰਲਡ ਓਵਰ ਬਣਨਾ ਇਸੇ ਕਰਕੇ ਇਹ ਕਾਨੂੰਨਾਂ ਝਿੜਕਾ ਆ ਵੀ ਜੇ ਇੱਥੇ ਲਾਗੂ ਹੋ ਗਿਆ ਇਹ ਦੁਨੀਆ 'ਚ ਬਹੁਤ ਜਲਦੀ ਫੈਲ ਜਾਣਾ। ਸੰਧੂ ਸਾਹਿਬ ਤੁਸੀਂ ਕਹਿੰਦੇ ਆ ਕਿ ਆੜ੍ਹਤੀ ਨਾਲ ਆ ਗਿਆ, ਦੁਕਾਨਦਾਰ ਨੇੜੇ ਆ ਗਿਆ, ਸਾਰੇ ਨੇੜੇ ਆ ਗਏ, ਸਾਰੇ ਸਾਡੇ ਸਮਰਥਨ 'ਚ ਆ ਗਏ ਆ। ਜਦੋਂ ਸਾਰੇ ਹੀ ਸਮਰਥਨ 'ਚ ਆ, ਤੁਸੀਂ ਕਹਿੰਦੇ ਪੂਰੇ ਮੁਲਕ ਦਾ ਹਰ ਤਬਕਾ ਨਾਲ ਆ ਤੁਹਾਡੇ, ਫਿਰ ਉਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਬਜ਼ਿੱਦ ਕਿਉਂ ਆ? ਕਿਉਂਕਿ ਸਰਕਾਰ ਸਾਡੇ ਲੋਕਤੰਤਰ ਆ। ਸਰਕਾਰ ਕੋਈ ਵੀ ਹੋਵੇ ਉਹਨੂੰ ਇਸ ਗੱਲ ਦਾ ਤਾਂ ਖਤਰਾ ਹਮੇਸ਼ਾ ਬਣਿਆ ਹੀ ਰਹਿੰਦਾ ਕਿ ਮੈਂ ਸੱਤਾ 'ਚ ਨਹੀਂ ਰਹਿਣਾ ਜੇ ਲੋਕਾਂ ਦੀ ਵਿਰੋਧਤਾ ਬਹੁਤੀ ਹੋਈ। ਕਾਰਨ ਕੀ ਨਜ਼ਰ ਆਉਂਦੇ ਆ? ਜਾਂ ਤਾਂ ਸਰਕਾਰ ਤੁਹਾਨੂੰ ਲੱਗਦਾ ਇਹ ਤੈਅ ਕਰੀ ਬੈਠੀ ਹੈ ਕਿ ਜੋ ਮਰਜ਼ੀ ਹੋ ਜਾਵੇ, ਭਾਵੇਂ ਸੱਤਾ 'ਚ ਰਹੀਏ ਤੇ ਭਾਵੇਂ ਨਾ ਰਹੀਏ, ਅਸੀਂ ਆਹ ਕੰਮ ਕਰਨਾ ਹੀ ਕਰਨਾ, ਜਾਂ ਕੋਈ ਹੋਰ ਫੰਡਾ ਉਹਦੇ ਕੋਲ ਹੈਗਾ ਕਿ ਵਿਰੋਧ ਜਿੰਨਾ ਮਰਜ਼ੀ ਕਰ ਲੈਣ, ਸੱਤਾ 'ਚ ਅਸੀਂ ਰਹਿਣਾ ਹੀ ਰਹਿਣਾ ਆ। ਇਹ ਸੰਭਵ ਨਹੀਂ। ਇਹ ਜਸਵੀਰ ਜੀ ਤੁਸੀਂ ਦੇਖਿਆ ਹੋਊਗਾ ਜਦ ਅੰਦੋਲਨ ਸ਼ੁਰੂ ਹੋਇਆ ਉਦੋਂ ਬਾਅਦ ਜਿੰਨੀਆਂ ਇਲੈਕਸ਼ਨਾਂ ਹੋਈਆਂ ਬੀਜੇਪੀ ਹਾਰੀ ਆ। ਜੰਮੂ ਕਸ਼ਮੀਰ ਦਾ ਪੈਟ ਸੀਗਾ ਏਰੀਆ, ਹਿੰਦੂ ਏਰੀਆ, ਉੱਥੇ ਵੋਟਾਂ ਘਟੀਆਂ। ਹਰਿਆਣੇ ਦੀ ਬਰੋਦਾ ਸੀਟ ਤੇ ਇਲੈਕਸ਼ਨ ਹੋਈ, ਉਹ ਹਾਰ ਗਈ। ਹਰਿਆਣੇ ਦੇ ਵਿੱਚ ਸ਼ਹਿਰਾਂ ਵਿੱਚ ਤਾਂ ਕਿਸਾਨ ਨਹੀਂ। ਮੈਂ ਤਾਂ ਕਹਿੰਦਾ ਵੀ ਦੁਕਾਨਦਾਰ ਵਪਾਰੀ ਸਾਡੇ ਨਾਲ ਆਏ ਆ। ਹਰਿਆਣੇ ਦੀਆਂ ਕਾਰਪੋਰੇਸ਼ਨਾਂ ਹਾਰ ਗਏ ਬੀਜੇਪੀ। ਪੰਜਾਬ ਦੇ ਵਿੱਚ ਸ਼ਹਿਰਾਂ 'ਚ ਤਾਂ ਕਿਸਾਨ ਹੈ ਨਹੀਂ। ਪੰਜਾਬ ਦੇ ਸ਼ਹਿਰਾਂ ਵਿੱਚ ਨੋਟਾਂ ਨਾਲ ਵੀ ਘੱਟ ਵੋਟਾਂ ਪਈਆਂ। ਵੈਸਟਰਨ ਯੂਪੀ ਦੇ ਵਿੱਚ ਉੱਥੇ ਲੋਕਾਂ ਨੇ ਬਾਈਕਾਟ ਕਰਤਾ ਬੀਜੇਪੀ ਦਾ। ਪਿਛਲੀ ਵਾਰੀ ਉਹ ਜਿੱਤੇ ਸੀ ਸੋਸ਼ਲ ਸਾਇੰਸ ਨਾਲ ਜਿੱਤਦੇ ਆ। ਮੁਸਲਮਾਨ ਤੇ ਜਾਟ ਵੱਖਰੇ ਵੱਖਰੇ ਕਰਦੇ ਸੀ, ਹੁਣ ਜਾਟ ਤੇ ਮੁਸਲਮਾਨ ਇਕੱਠੇ ਹੋਏ ਕਿਸਾਨੀ ਕਿੱਤੇ ਤੌਰ ਤੇ। ਬੰਗਾਲ 'ਚ ਅਸੀਂ ਮਾੜਾ ਜਿਹਾ ਗਏ ਆ, ਚੀਕਾਂ ਮਾਰ ਲੱਪੇ ਇਹ ਸਰਕਾਰ। ਕਰਨਾਟਕ ਵਿੱਚ, ਬੰਗਾਲ 'ਚ, ਕੇਰਲਾ 'ਚ, ਤਾਮਿਲਨਾਡੂ 'ਚ, ਮੱਧ ਪ੍ਰਦੇਸ਼ 'ਚ ਕਿੱਡੇ ਵੱਡੇ, ਬਿਹਾਰ 'ਚ ਕਿੱਡੇ ਵੱਡੇ ਵੱਡੇ ਮੁਜ਼ਾਹਰੇ ਹੋ ਰਹੇ ਆ। ਤੁਸੀਂ ਕਹਿੰਦੇ ਸਰਕਾਰ ਚੀਕਾਂ ਮਾਰਨ ਲੱਗ ਪਈ। ਤੋਮਰ ਸਾਹਿਬ ਦਾ ਕਹਿੰਦੇ ਕਿ ਪੱਥਰਾਂ ਨਾਲ ਸਿਰ ਮਾਰਨ ਡਿਆ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਜਾ ਕੇ ਬੰਗਾਲ 'ਚ। ਨਹੀਂ, ਉਹ ਭੁਲੇਖਾ ਤੋਮਰ ਸਾਹਿਬ ਨੂੰ। ਤੋਮਰ ਸਾਹਿਬ ਕੋਲ ਕੋਈ ਰਾਈਟ ਨਹੀਂ ਗਾ। ਇੱਥੇ ਸਿਰਫ ਦੋ ਮੰਤਰੀ ਆ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ। ਤੋਮਰ ਦੇ ਹੱਥ 'ਚ ਕੋਈ ਸ਼ਕਤੀ ਨਹੀਂ। ਸ਼ਕਤੀ ਜਿਵੇਂ ਕਰੋਨੀ ਕੈਪੀਟਲਿਜ਼ਮ ਨੂੰ ਤੁਸੀਂ ਕਹਿੰਦੇ ਹੋ ਨਾ, ਇਹ ਕਰੋਨੀ ਸਤਾ ਵੀ ਆ, ਕਰੋਨੀ ਸਟੇਟ ਵੀ ਆ। ਦੋ ਬੰਦੇ ਦੇ ਹੱਥੇ ਰਾਜ ਆ। ਸ਼ਕਤੀਆਂ ਦਾ ਕੇਂਦਰੀਕਰਨ ਹੋ ਗਿਆ। ਦੋ ਬੰਦੇ ਵੇਚਣ ਵਾਲੇ ਆ, ਦੋ ਵਪਾਰੀ ਗੁਜਰਾਤੀ ਆ। ਗੁਜਰਾਤੀਆਂ ਨੇ ਕਦੇ ਕਮਾਨੀ ਤਾਂ ਕੀਤੀ ਨਹੀਂ, ਅੱਜ ਤੱਕ ਵਪਾਰ ਹੀ ਕੀਤਾ। ਲਟੇਰੇ ਵੀ ਸਾਰੇ ਗੁਜਰਾਤੀ ਆ। ਸਾਨੂੰ ਇਸ ਗੱਲ ਦਾ ਮਾਣ ਆ ਵੀ ਲੜਾਈ ਇਹ ਨਹੀਂ ਕਹਿ ਸਕਦੇ ਵੀ ਕਿੰਨੇ ਦਿਨਾਂ ਮੁੱਕਣੀ। ਪਹਿਲਾਂ ਸਮਝਦੇ ਵੀ ਮਹੀਨੇ 2 ਮਹੀਨੇ ਗੱਲ ਆ, ਉਹ ਵੀ ਸਮਝਦੇ ਕਿਸਾਨ ਥੱਕ ਕੇ ਚੱਲ ਜਾਣਗੇ। ਅਸੀਂ ਲੰਬੀ ਲੜਾਈ ਸ਼ੁਰੂ ਕਰਤੀ ਆ। ਇਹ 6 ਮਹੀਨੇ ਚੱਲ ਜਾਏ, ਸਾਲ ਚੱਲ ਜਾਏ, ਜਿੱਤੇ ਬਿਨਾਂ ਕਿਸਾਨ ਅੱਜ ਤੱਕ ਹਿਸਟਰੀ ਆ ਕਦੇ ਵਾਪਸ ਨਹੀਂ ਆਇਆ। ਜਿਹੜੀ ਪੈਪਸੂ ਲਹਿਰ ਸੀਗੀ 20 ਸਾਲ ਲੜੀ ਸੀ, ਉਹ ਲਗਾਤਾਰ 20 ਸਾਲ, ਅਲਟੀਮੇਟਲੀ ਜਿੱਤ ਕੇ ਹਟੇ। ਪਗੜੀ ਸੰਭਾਲ ਜਿਹੜਾ ਚਾਚਾ ਜੀ ਸੋ ਦਾ 9 ਮਹੀਨੇ ਚੱਲਿਆ ਸੀ, ਉਹ ਵੀ ਜਿੱਤ ਕੇ ਹਟੇ ਸੀ। ਖੁਸ਼ਸ਼ੀਤੀ ਮੋਰਚਾ ਸਾਲ ਭਰ ਚੱਲਿਆ, ਉਹ ਵੀ ਜਿੱਤ ਕੇ ਹਟੇ ਸੀ। ਕਦੇ ਕਿਸਾਨਾਂ ਦਾ ਇੱਕ ਸੁਭਾਅ ਆ, ਇਹ ਤਿਆਰ ਹੋਣ ਨੂੰ ਟਾਈਮ ਲਾਉਂਦੇ ਆ ਪਰ ਜਾ ਕੇ ਵਾਪਸ ਨਹੀਂ ਆਉਂਦੇ। ਸਿੱਧਕ ਤੇ ਸਿਰੜ ਇਹਨਾਂ ਦਾ ਜਿਹੜਾ ਉਹ ਬਾਕਮਾਲ ਹੁੰਦਾ ਆ। ਅੱਛਾ, ਇੱਕ ਚੀਜ਼ ਹੋ ਰਿਹਾ, ਤੁਸੀਂ ਕਹਿੰਦੇ ਕਿ ਤੁਹਾਡਾ ਅੰਦੋਲਨ ਪੋਲੀਟੀਕਲ ਨਹੀਂ ਹੋਏਗਾ। ਪੋਲੀਟੀਕਲ ਲੜਾਈ ਲੜਨ ਦੇ ਲਈ ਤੁਸੀਂ ਵਿਰੋਧੀ ਪਾਰਟੀਆਂ ਨੂੰ ਵੀ ਕਹਿੰਦੇ ਕਿ ਭਾਈ ਤੁਸੀਂ ਆਪਣੇ ਮੁਹਾਜ਼ ਤੇ ਲੜੋ। ਜੇ ਸੰਸਦ ਦੇ ਵਿੱਚ ਆਵਾਜ਼ ਉਠਾ ਸਕਦੇ ਆ, ਵਿਧਾਨ ਸਭਾਵਾਂ 'ਚ ਆਵਾਜ਼ ਉਠਾ ਸਕਦੇ ਤੇ ਚੱਕੋ। ਹੁਣ ਜਦੋਂ ਪਿਛਲੇ ਦਿਨੀ ਖੁਰਾਕ ਮਾਮਲਿਆਂ ਦੀ ਸੰਸਦੀ ਕਮੇਟੀ ਦੀ ਇੱਕ ਰਿਪੋਰਟ ਨਿਕਲ ਕੇ ਆਉਂਦੀ ਹੈ, ਪਤਾ ਲੱਗਦਾ ਕਿ ਚਾਹੇ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੈ, ਚਾਹੇ ਕਾਂਗਰਸ ਦੇ 3 ਸਾਂਸਦ ਨੇ, ਚਾਹੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਸਾਂਸਦ ਨੇ, ਉਹ ਇਹ ਸਿਫਾਰਿਸ਼ਾਂ ਕਰਦੇ ਪਏ ਆ ਕਿ ਖੁਰਾਕ ਦੇ ਭੰਡਾਰੀਕਰਨ ਦੇ ਕਾਨੂੰਨ ਨੂੰ ਜਿੰਨੀ ਛੇਤੀ ਹੋ ਸਕਦਾ ਅਮਲ ਦੇ ਵਿੱਚ ਲੈ ਕੇ ਆਓ। ਤੇ ਇਹ ਸਰਕਾਰ ਕਹਿੰਦੀ ਆ ਦੇਖੋ ਵਿਰੋਧੀ ਪਾਰਟੀਆਂ ਵੀ ਸਾਡੇ ਨਾਲ ਖੜੀਆਂ, ਤੇ ਫਿਰ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਸਵੀਰ ਜੀ, ਇਹ ਤਾਂ ਇੰਨਾ ਚੰਗਾ ਕੰਮ ਆ। ਸੰਘਰਸ਼ਾਂ ਦੇ ਮੈਦਾਨ 'ਚ ਪਤਾ ਲੱਗਦਾ ਕੌਣ ਕਿੱਥੇ ਖੜਾ। ਜੀ, ਕਾਂਗਰਸ ਵਾਲਿਆਂ ਦਾ ਕਾਨੂੰਨ ਇਹ ਸ਼ੁਰੂ ਕੀਤੇ ਸੀ, ਬਣੇ ਵੀ ਉਸ ਵੇਲੇ ਸੀ, ਇਹ ਲਾਗੂ ਹੁਣ ਹੋ ਰਿਹਾ ਨਾ। ਮਨਮੋਹਨ ਸਾਹਿਬ ਵੇਲੇ ਹੋਏ ਸੀ। ਮੋਦੀ ਕਹਿੰਦਾ ਮਨਮੋਹਨ ਸਾਹਿਬ ਦਾ ਕੰਮ ਮੈਨੂੰ ਕਰਨਾ ਪੈ ਰਿਹਾ, ਮੋਦੀ ਨੂੰ ਕਰਨਾ ਪੈ ਰਿਹਾ। ਮਨਮੋਹਨ ਸਾਹਿਬ ਮੋਦੀ ਕੋਈ ਫਰਕ ਨਹੀਂ। ਜਦੋਂ ਬੀਜੇਪੀ ਵਿਰੋਧ ਵਿੱਚ ਸੀ, 11 ਵਜੇ ਵਿਰੋਧ ਕੀਤਾ, ਸੁਸ਼ਮਾ ਸਵਰਾਜ ਨੇ, ਜੇਟਲੀ ਨੇ ਵਿਰੋਧ ਕੀਤਾ, ਇਹਨਾਂ ਹੀ ਕਾਨੂੰਨਾਂ ਦਾ ਵਿਰੋਧ ਕੀਤਾ। ਇੰਸ਼ੋਰੈਂਸ ਪਾਲਿਸੀ ਦਾ ਵਿਰੋਧ ਕੀਤਾ। ਹੁਣ ਇੰਸ਼ੋਰੈਂਸ ਪਾਲਿਸੀ 74% ਸ਼ੇਅਰ ਕਰਤਾ FDI ਪਾਲਿਸੀ। ਕਾਂਗਰਸ ਤੇ ਬੀਜੇਪੀ ਦਾ ਕੋਈ ਫਰਕ ਨਹੀਂ, ਇਹ ਸਾਬਤ ਕਰਤਾ। ਜਿਹੜੀ ਆਪ ਆਦਮੀ ਪਾਰਟੀ ਕਹਿੰਦੀ ਆਮ ਲੋਕਾਂ ਦੀ ਪਾਰਟੀ ਆ, ਉਹਨੇ ਦੱਸਤਾ ਵੀ ਭਗਵੰਤ ਮਾਨ ਨੂੰ ਜਿਹੜੀ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰ ਰਹੇ ਹੋ, ਉਹਦਾ ਦਸਤਖਤ ਕਰਕੇ ਛੇਤੀ ਲਾਗੂ ਕਰੋ।
ਅਸੈਂਸ਼ੀਅਲ ਕਮੋਡਿਟੀ ਹੈ, ਕਿਸਾਨਾਂ ਨਾਲੋਂ ਵੀ ਕੰਜ਼ਿਊਮਰ ਦੇ ਜ਼ਿਆਦਾ ਖਿਲਾਫ ਆ। ਹੁਣ ਉਹਦਾ ਜਵਾਬ ਦੇਣਗੇ ਲੋਕਾਂ ਸਾਹਮਣੇ, ਕੀ ਕਹਿਣਗੇ ਜਾ ਕੇ। ਇਸ ਕਰਕੇ ਕਾਂਗਰਸ ਵਾਲਿਆਂ ਕਹਿੰਦਾ ਸਾਡੇ ਬੰਦੇ ਹਾਜ਼ਰ ਨਹੀਂ ਸੀ। ਭਗਵੰਤ ਮਾਨ ਤਾਂ ਇਸ ਗੱਲ ਤੋਂ ਵੀ ਨਹੀਂ ਮੁੱਕਰਿਆ। ਤ੍ਰਿਣਮੂਲ ਕਾਂਗਰਸ ਦਾ ਇਹਦਾ ਚੇਅਰਮੈਨ ਸੀ, ਬੀਜੇਪੀ ਨੇ ਚੇਅਰਮੈਨ ਹੀ ਆਪ ਕਰਕੇ ਇਮੀਡੀਏਟ ਵੋਟਾਂ ਦੇ ਨੂੰ ਪ੍ਰਭਾਵਿਤ ਕਰਨ ਲਈ ਸ਼ੁੱਕਰਵਾਰ ਨੂੰ ਦਵਾ ਲਾਗੂ ਕਰਤਾ, ਪਾਰਲੀਮੈਂਟ 'ਚ ਪੇਸ਼ ਕਰਤਾ। ਪਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਚਾਹੇ ਤ੍ਰਿਣਮੂਲ ਆ, ਚਾਹੇ ਸਮਾਜਵਾਦੀ ਪਾਰਟੀ ਆ, ਚਾਹੇ BSP ਆ, ਚਾਹੇ ਆਪ ਪਾਰਟੀ ਆ, ਇਹ ਉਹਨਾਂ ਪਾਲਿਸੀਆਂ ਦੇ ਵਿਰੋਧੀ ਨਹੀਂ, ਇਹ ਉਹਨਾਂ ਦੇ ਹਮਾਇਤੀ ਆ। ਜਿੰਨਾ ਚਿਰ ਤੱਕ ਇਹ ਓਪੋਜੀਸ਼ਨ ਵਿੱਚ ਰੌਲਾ ਪਾਉਣਗੇ, ਜਦੋਂ ਰਾਜਸਥਾਨ ਲਾਗੇ ਜਾਣਗੇ ਉਹੀ ਲਾਗੂ ਕਰਨਗੇ। ਕੇਜਰੀਵਾਲ ਦੀ ਸਰਕਾਰ ਨੇ ਪੰਜਾਬ, ਰਾਜਸਥਾਨ, ਕੇਰਲਾ, ਬੰਗਾਲ ਤੇ ਛੱਤੀਸਗੜ੍ਹ ਪੰਜਾਂ ਨੇ ਕਾਨੂੰਨਾਂ ਦਾ ਵਿਰੋਧ ਕਰਤਾ। ਕੇਜਰੀਵਾਲ ਨੇ ਵਿਰੋਧ ਕਿਉਂ ਨਹੀਂ ਕੀਤਾ? ਉਹਨੇ ਕਾਨੂੰਨ ਪਾੜ ਕੇ ਸਾਰ ਲਿਆ ਦਿਖਾਵਾ ਕਰਨ ਨੂੰ। ਕਾਨੂੰਨ ਬਣਾਇਆ ਵੀ ਨਹੀਂ ਤੇ ਉਹ ਪਾੜ ਕੇ ਬੁੱਤਾ ਲਾ ਲਿਆ। ਇਹਦਾ ਮਤਲਬ ਉਹਨਾਂ ਦਾ ਹਮਾਇਤੀ ਆ, ਵਿਰੋਧੀ ਨਹੀਂ। ਕੈਪਟਨ ਸਾਹਿਬ ਨੇ ਵੀ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਆ। ਇਸ ਵਰਗੇ ਸਾਲ ਦੇ ਵਿੱਚ ਕਰਜ਼ੇ ਵੀ ਮਾਫ ਕਰਨੇ ਆ, ਹੋਰ ਵੀ ਬਹੁਤ ਸਾਰੇ ਕੰਮ ਕਰਨੇ ਆ। ਕੈਪਟਨ ਸਾਹਿਬ ਇਹ ਵੀ ਦਾਅਵਾ ਕਰਦੇ ਆ ਕਿ ਕਿਸਾਨਾਂ ਦੇ ਨਾਲ ਆ, ਪਰ ਸਵਾਲ ਤਾਂ ਉੱਥੇ ਵੀ ਆਣ ਕੇ ਖੜੇ ਹੋ ਜਾਂਦੇ ਕਿ ਹਾਈ ਪਾਵਰ ਜਿਹੜੀ ਕਮੇਟੀ ਬਣੀ ਸੀਗੀ ਉਹਦੀ ਮੀਟਿੰਗ 'ਚ ਕੈਪਟਨ ਸਾਹਿਬ ਜਾਂਦੇ ਆ, ਮਨਪ੍ਰੀਤ ਬਾਦਲ ਹੋਰੀ ਜਾਂਦੇ ਆ। ਮਤਲਬ ਇਸ ਚੀਜ਼ ਤੋਂ ਵੱਖਰਾ ਤਾਂ ਕੋਈ ਨਹੀਂ ਕਹਿ ਸਕਦੇ, ਇਸ ਹਮਾਮ 'ਚ ਸਾਰੇ ਹੀ ਨੰਗੇ ਹੋ ਰਹੇ ਆ। ਅਸੀਂ ਤਾਂ ਤੁਹਾਨੂੰ ਪਹਿਲਾਂ ਕਹਿੰਦੇ ਵੀ ਪਾਲਿਸੀਆਂ ਹੀ ਕਾਂਗਰਸ ਦੀਆਂ ਬਣਾਈਆਂ ਆ, ਪਹਿਲਾਂ ਕਹਿ ਰਹੇ ਆ। ਸਟਾਰਟ ਮਨਮੋਹਨ ਸਿੰਘ ਦਾ ਫਾਊਂਡਰ ਆ, ਮਨਮੋਹਨ ਸਿੰਘ ਦੀਆਂ ਪਾਲਿਸੀਆਂ ਮੋਦੀ ਲਾਗੂ ਕਰ ਰਿਹਾ, ਕੋਈ ਨਾ ਵਿੱਚ ਕੋਈ ਫਰਕ ਹੀ ਹੈ ਨਹੀਂਗਾ। ਇਹ ਪੂੰਜੀਵਾਦ ਦੇ ਹਮਾਇਤੀ ਆ। ਅਸੀਂ ਜਿਹੜਾ ਘੋੜੇ ਲੜਿਆ ਜਾ ਰਿਹਾ ਇਸੇ ਕਰਕੇ ਆ ਵੀ ਇਹਦੇ ਵਿੱਚ ਹੇਠਲੀ ਕਿਸਾਨੀ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਮੈਦਾਨ 'ਚ ਆ ਰਹੀ ਆ। ਆ ਤੁਸੀਂ ਦੇਖੋਗੇ ਬਹੁਤ ਸਾਰੇ ਅਕਾਲੀਆਂ ਦੇ ਮੁੰਡੇ ਹੋਣਗੇ, ਬਹੁਤ ਸਾਰੇ ਕਾਂਗਰਸ ਦੇ ਹੋਣਗੇ, ਹੇਠਲਾ ਕੇਡਰ ਉੱਠ ਕੇ ਕਾਰਪੋਰੇਟਾਂ ਦੇ ਖਿਲਾਫ ਉੱਠ ਖੜਿਆ। ਇਹ ਮੁੱਦਾ ਤਾਂ ਲੈਫਟ ਪਾਰਟੀਆਂ ਦਾ ਹੈ ਨਾ, ਲੈਫਟ ਧਿਰਾਂ ਦਾ ਆ, ਖੱਬੇ ਪੱਖੀਆਂ ਦਾ ਆ। ਇਹ ਸਟਾਰਟ ਵੀ ਅਸੀਂ ਖੱਬੇ ਪੱਖੀ ਦਸਾਂ ਨੇ ਸ਼ੁਰੂ ਕੀਤਾ ਸੀ, ਦੂਜੀਆਂ 13 ਸਤੰਬਰ ਵਿੱਚ ਲੜੀਆਂ ਅਸੀਂ ਮਈ ਤੋਂ ਸ਼ੁਰੂ ਕਰਤਾ ਸੀ। ਇਹਦਾ ਸਾਨੂੰ ਬੈਨੀਫਿਟ ਹੋਇਆ ਵੀ ਜਦੋਂ ਸੰਘੀ ਦੇ ਹੱਥ ਪੈਣਾ ਤੇ ਹਰ ਕਿੱਤੇ ਵਾਲੇ ਲੋਕਾਂ ਨੇ ਇਸ ਪਾਸੇ ਲੜਨਾ ਹੀ ਆ। ਇਹ ਮੈਂ ਹੁਣ ਇੱਥੇ ਇੱਕ ਤੁਸੀਂ ਜਿਹੜੀ ਗੱਲ ਕੀਤੀ ਆ, ਮੈਨੂੰ ਲੱਗਦਾ ਨਾ ਕਦੇ ਕਦੇ ਉਹ ਗੱਲ ਵਾਰ-ਵਾਰ ਉੱਠਦੀ ਵੀ ਆ ਖੱਬੇ ਪੱਖੀ ਹੈ, ਆ ਸੱਜੇ ਪੱਖੀ ਹੈ, ਖਾਲਿਸਤਾਨੀ ਹੈ, ਆ ਗਰਮ ਪੰਥੀ ਹੈ, ਆ ਨਰਮ ਪੰਥੀ ਹੈ। ਲੱਗਦਾ ਨਹੀਂ ਕਿ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਨੌਜਵਾਨ ਕਹਿੰਦੇ ਜੀ ਸਾਨੂੰ ਅਗਵਾਈ ਨਹੀਂ ਮਿਲਦੀ, 2-3 ਨੌਜਵਾਨ ਵੱਖਰੇ ਹੋ ਜਾਂਦੇ, ਅਲੱਗਾ ਹੋ ਜਾਂਦੇ। ਲੱਖੇ ਸਿਧਾਣੇ ਦੀ ਗੱਲ ਕਰ ਲਓ, ਦੀਪ ਸਿੱਧੂ ਦੀ ਗੱਲ ਕਰ ਲਓ, ਉਹਨੂੰ ਲੈ ਕੇ ਬੜੀ ਚਰਚਾ ਚੱਲਦੀ ਪਈ ਹੈ ਸੋਸ਼ਲ ਮੀਡੀਆ ਤੇ। ਫਿਰ ਸੋਸ਼ਲ ਮੀਡੀਆ ਤੇ ਕਹਿੰਦੇ ਜੀ ਕਾਮਰੇਡ, ਸਰਕਾਰ ਵੀ ਕਹਿੰਦੀ ਕਿ ਕਾਮਰੇਡ ਨਹੀਂ ਮਸਲੇ ਦਾ ਹੱਲ ਹੋਣ ਦੇ ਰਿਹਾ। ਗੱਲ ਤਾਂ ਸਿਰੇ ਲੱਗਦੀ ਨਜ਼ਰ ਆ ਰਹੀ ਹੈ। ਲੱਗਦਾ ਨਹੀਂ ਇਹ ਜਿਹੜਾ ਖੱਬੇ ਪੱਖੀ ਸੱਜੇ ਪੱਖੀ ਦੀ ਚਰਚਾ ਜਿਹੜੀ ਆ ਉਹ ਵੱਖਰੇ ਤਰੀਕੇ ਨਾਲ ਜਦੋਂ ਛੇੜੀ ਜਾਂਦੀ ਹੈ ਅੰਦੋਲਨ ਦੇ ਵਿੱਚ, ਇਹ ਅੰਦੋਲਨ ਨੂੰ ਉਹ ਕਮਜ਼ੋਰ ਕਰਦੀ ਹੈ, ਕਿਤੇ ਮਜ਼ਬੂਤੀ ਨਹੀਂ ਪ੍ਰਦਾਨ ਕਰਦੀ। ਹੁਣ ਟੀਚਾ ਜਦ ਇੱਕ ਆ, ਮਨੋਰਥ ਇੱਕ ਆ, ਤੇ ਸੱਜਾ ਕੌਣ ਤੇ ਖੱਬਾ ਕੌਣ ਹੈ, ਉਹ ਸਾਰੀਆਂ ਚੀਜ਼ਾਂ ਛੱਡ ਕੇ ਸਿਰਫ ਅੰਦੋਲਨ ਤੇ ਅੰਦੋਲਨਕਾਰੀ ਹੋਣਾ ਹੀ ਕਾਫੀ ਹੈ। ਇਹ ਪੋਸੀਬਲ ਨਹੀਂ ਹੁੰਦਾ ਜਸਵੀਰ ਜੀ। ਰਾਜੇਆੜ ਹੋਣੀ, ਲਖੌੜ ਹੋਣੀ WTO ਦਾ ਹਮਾਇਤ ਕਰਦੇ ਸੀ ਪਹਿਲਾਂ, ਤੁਹਾਨੂੰ ਪਤਾ ਇਸ ਗੱਲ ਦਾ। ਮਲਟੀਨੈਸ਼ਨਲ ਕੰਪਨੀਆਂ ਦੀ ਹਮਾਇਤ ਕਰਦੇ ਸੀ ਕਿਉਂਕਿ ਨਵਾਂ ਤਜਰਬਾ ਨਹੀਂ ਸੀ ਉਹਨਾਂ ਦਾ। ਜਿਹੜੇ ਲੈਫਟ ਐਂਗਲ ਦੇ ਲੋਕ ਆ, ਲੈਫਟ ਪਾਰਟੀਆਂ ਨਹੀਂ ਮੈਂ ਕਹਿ ਰਿਹਾ, ਲੈਫਟ ਐਂਗਲ ਦੇ ਲੋਕ ਜਿਹੜੇ ਆ ਉਹ ਐਡਵਾਂਸ ਸੋਚ ਲੈਂਦੇ ਵੀ ਕੁਝ ਹੋਣਾ। ਅਸੀਂ 95 ਤੋਂ ਸ਼ੁਰੂ ਕੀਤਾ ਰੌਲਾ ਪਾਉਣਾ, ਲੋਕ ਸਾਡੀ ਗੱਲ ਹੀ ਨਹੀਂ ਸੀ ਸੁਣਦੇ। ਜਦੋਂ ਹੁਣ ਧੌਣ ਤੇ ਸਾਡੇ ਖੁਆੜੀ ਰੱਖਤੀ ਆ, ਹੁਣ ਲੋਕ ਤੁਰ ਪਏ ਨਾ। ਉਹੀ ਕੱਲ੍ਹ ਮੈਂ ਉਹਦੀ ਇੰਟਰਵਿਊ ਸੁਣੀ ਆ YouTube ਤੇ ਰਾਜੇਵਾਲ ਸਾਹਿਬ ਦੀ। ਉਹਨਾਂ ਨੇ ਕਿਹਾ ਕੈਪੀਟਲ ਸਿਸਟਮ ਫੇਲਡ ਆ, ਸੋਸ਼ਲ ਸਿਸਟਮ ਹੋਣਾ ਚਾਹੀਦਾ। ਉਹ ਕਾਮਰੇਡ ਤਾਂ ਨਹੀਂ ਬਣ ਗਏ, ਪਰ ਉਹ ਸੋਚਦੇ ਆ ਵੀ ਇਹ ਸਿਸਟਮ ਬਹੁਤ ਮਾੜਾ ਆ। ਇਹ ਹਾਲਾਤ ਸਿਖਾਉਂਦੇ ਬੰਦੇ ਨੂੰ। ਇਹ ਕੰਮ ਲੈਫਟ ਵਾਲਿਆਂ ਦਾ ਜਿਹੜਾ ਅਸੀਂ ਕਰ ਰਹੇ ਹਾਂ। ਜੇ ਕਾਰਪੋਰੇਟਾਂ ਦੇ ਖਿਲਾਫ ਲੜਨਾ, ਇਹ ਲੈਫਟ ਧਿਰਾਂ ਦੀ ਜ਼ਰੂਰਤ ਆ, ਪਰ ਅਸੀਂ ਇਹਦੇ ਵਿੱਚ ਬਖਰੇਵਾ ਨਹੀਂ ਪਾਉਂਦੇ। ਇਕੱਠੇ ਹੀ ਅਸੀਂ ਕੀਤੇ ਸਾਰੇ ਪੰਜਾਬ 'ਚ ਇਕੱਠੇ ਕਰਨ ਲਈ ਸਭ ਤੋਂ ਵੱਧ ਜ਼ੋਰ ਅਸੀਂ ਲਾਇਆ। ਅਸੀਂ ਕਿਹਾ ਖੱਬਾ ਸੱਜਾ ਛੱਡੋ, ਆਪਣੀ ਜ਼ਿੰਦਗੀ ਬਚਾਓ, ਆਪਣੇ ਬੱਚਿਆਂ ਦਾ ਭਵਿੱਖ ਬਚਾਓ, ਆਪਣੀ ਜ਼ਮੀਨ ਜ਼ਮੀਨ ਜੰਗਲ ਬਚਾਓ। ਇਹ ਲਈ ਅਸੀਂ ਸਾਰੇ ਇਕੱਠੇ ਹਾਂ। ਉਹ 'ਚ ਖੱਬੇ ਸੱਜੇ ਦਾ ਕੋਈ ਰੌਲਾ ਨਹੀਂ। ਜਿਹੜਾ ਅਸੀਂ ਫੈਸਲਾ ਕਰਦੇ ਹਾਂ ਉੱਥੇ ਖੱਬੇ ਸੱਜੇ ਆਧਾਰ 'ਤੇ ਨਹੀਂ ਹੁੰਦਾ, ਉੱਥੇ ਬਹੁਤ ਸਹਿਮਤੀ ਨਾਲ ਹੁੰਦਾ। ਤੇ ਅਸੀਂ ਭਾਵੇਂ ਘੱਟ ਗਿਣਤੀ ਰਹਿ ਰਹੀਏ, ਅਸੀਂ ਆਵਾਜ਼ ਉਹ ਕਰਾਂਗੇ ਬਹੁਤ ਸਹਿਮਤੀ ਨਾਲ ਹੋਊਗੀ। ਅਸੀਂ ਕੋਈ ਡਿੱਕਾ ਨਹੀਂ। ਜਿਹੜੇ ਕਾਨੂੰਨ ਉਹ ਨਹੀਂ ਬਣਾਏ ਆ ਉਹਨਾਂ ਦਾ ਅਧਿਕਾਰ ਹੀ ਹੈ ਨਹੀਂ। ਜਿਹੜਾ ਖੇਤੀਬਾੜੀ ਆ ਤੇ ਮਾਰਕੀਟਿੰਗ ਹੈ ਸਟੇਟ ਸਬਜੈਕਟ ਆ। ਜੇ ਉਹਨੇ ਕਾਨੂੰਨ ਗਲਤ ਬਣਾਇਆ ਵਾਪਸ ਲੈਣ। ਜੇ ਸਮਝੌਤਾ ਉੱਥੇ ਹੁੰਦਾ ਜੇ ਰੇਟ ਦਾ ਰੌਲਾ ਹੋਵੇ ਕਿ 2000 ਨਹੀਂ ਯਾਰ 2100 ਕਰ ਦਿਓ, ਉਹ ਕਹੇਗੇ 2500 ਕਰ ਦਿਓ, ਉਹ ਸਮਝੌਤਾ। ਇਹ ਸਮਝੌਤੇ ਵਾਲੀ ਗੱਲ ਨਹੀਂ। ਉਹ ਆਪਣੇ ਦਾਇਰੇ ਤੋਂ ਬਾਹਰ ਗਏ ਆ। ਹੁਣ ਤੁਸੀਂ ਦਿੱਲੀ ਦਾ ਦੇਖ ਰਹੇ ਹੋ, ਚੁਣੀ ਹੋਈ ਸਰਕਾਰ ਦੇ ਅਧਿਕਾਰ ਖੋ ਕੇ ਕਿ LG ਨੂੰ ਦੇ ਰਹੇ ਆ। ਇੱਦਾਂ ਕਹਾ ਪੰਜਾਬ ਦੇਣਗੇ, ਫਿਰ ਗਵਰਨਰ ਕੋਲ ਅਧਿਕਾਰ ਹੋਣਗੇ, ਸਾਈਨ ਕਰਾਉਣੇ ਪੈਂਦੇ ਗਵਰਨਰ ਦੇ। ਭਗਤ ਸਿੰਘ ਨੇ ਵੀ ਕਿਹਾ, ਅੱਜ ਪੜ੍ਹੋ ਤੁਸੀਂ ਅਖਬਾਰ, ਭਗਤ ਸਿੰਘ ਨੇ ਕਿਹਾ ਵੀ ਗਵਰਨਰ ਜਿਹੜਾ ਆ ਬਿਨਾਂ ਇਲੈਕਸ਼ਨ ਤੋਂ ਇੱਕ ਉੱਤੇ ਬਿਠਾ ਲਿਆ ਆ, ਮਰਜ਼ੀ ਉਹਦੀ ਚੱਲਦੀ ਆ। ਉਹਦਾ ਲੋੜ ਕੀ ਹੈ ਗਵਰਨਰ ਦੀ? ਲੋਕਾਂ ਨੇ ਚੁਣੀ ਸਰਕਾਰ, ਉਹ ਆਪਣੇ ਫੈਸਲੇ ਆਪ ਕਰੇ। ਕੱਲ੍ਹ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਜਿਹੜੇ ਘਰ ਦੇ ਵਿੱਚ ਉੱਥੇ ਗਵਰਨਰ ਰਹਿੰਦਾ, ਲੈਫਟੀਨੈਂਟ ਗਵਰਨਰ, ਉਹ ਵਾਇਸਰਾਏ ਰਹਿੰਦਾ ਹੁੰਦਾ ਸੀ ਕਿਸੇ ਸਮੇਂ ਉੱਥੇ। ਮੈਨੂੰ ਲੱਗਦਾ ਕਹਿੰਦਾ ਰੂਹ ਇਹਨਾਂ ਦੇ ਵਿੱਚ ਆ
ਆ ਜਾਂਦੀਆਂ। ਗਵਰਨਰ ਤਾਂ ਪੰਜਾਬ ਵਾਲੇ ਨੇ ਵੀ ਜਿਹੜਾ ਇਹਨਾਂ ਨੇ ਮਤਾ ਪਾਸ ਕੀਤਾ ਅਸੈਂਬਲੀ ਨੂੰ ਗਾਂ ਭੇਜਿਆ ਹੀ ਨਹੀਂ। ਜੇ ਇੱਥੋਂ ਭੇਜਣਗੇ ਰਾਸ਼ਟਰਪਤੀ ਫੜ ਕੇ ਬੈਠੇ ਰਹਿਣਾ। ਇਨਫੈਕਟ ਰਾਸ਼ਟਰਪਤੀ ਤੇ ਗਵਰਨਰ ਜਿਹੜੇ ਆ ਇਹ ਸੈਂਟਰ ਦੇ ਟੂਲ ਬਣ ਕੇ ਬੈਠੇ ਆ। ਸਰਕਾਰਾਂ ਨੂੰ, ਵਿਰੋਧੀ ਸਰਕਾਰਾਂ ਨੂੰ ਤੋੜਨਾ, ਆਪਣੀਆਂ ਸਰਕਾਰਾਂ ਦੀ ਆਊਟ ਆਫ ਵੇ ਜਾ ਕੇ ਮਦਦ ਕਰਨੀ, ਇਹਨਾਂ ਤੋਂ ਇਹ ਕੰਮ ਕਰਾਏ ਜਾਂਦੇ। ਇਹਨਾਂ ਦੀ ਲੋੜ ਕੋਈ ਨਹੀਂ ਹੈ, ਵਾਧੂ ਭਾਰ ਰਹੀ ਆ। ਅਸੀਂ ਚਾਹੁੰਦੇ ਆ ਡੈਮੋਕ੍ਰੇਟਿਕ ਜਿਹੜੀ ਇਲੈਕਟਡ ਬੋਡੀ ਆ ਉਹਦੇ ਕੋਲ ਅਧਿਕਾਰ ਹੋਣੇ ਚਾਹੀਦੇ ਆ ਤੇ ਸਟੇਟਾਂ ਕੋਲ ਵੱਧ ਅਧਿਕਾਰ। ਸਾਡਾ ਗਣਤੰਤਰ ਆ, ਸਾਡਾ ਫੈਡਰਲ ਸਿਸਟਮ ਆ, ਯੂਨਿਟਰੀ ਸਿਸਟਮ ਨਹੀਂ। ਅਮਰੀਕਾ ਯੂਨਿਟਰੀ ਸਿਸਟਮ ਆ। ਫੈਡਰਲ ਸਿਸਟਮ ਵਿੱਚ ਸਟੇਟਾਂ ਕੋਲ ਆਪਣੀਆਂ ਪਾਲਿਸੀਆਂ ਬਣਾਉਣ ਦੇ ਆਪ ਅਧਿਕਾਰ ਚਾਹੀਦੇ ਆ। ਨਹੀਂ ਪਰ ਇੱਕ ਇਹ ਵੀ ਚੀਜ਼ ਹੈਗੀ ਹੈ ਨਾ ਵੀ ਆਪਣੇ ਪੈਰੀਂ ਆਪ ਕੁਹਾੜੇ ਵੀ ਸੂਬੇ ਮਾਰ ਰਹੇ ਆ ਨਾ। ਜਦੋਂ ਅਰਵਿੰਦ ਕੇਜਰੀਵਾਲ ਨੇ 370 ਹਟਾਉਣ ਦੀ ਹਮਾਇਤ ਕੀਤੀ ਸੀਗੀ ਤੇ ਉਹ ਵੀ ਤਾਂ ਹੈ ਹੀ ਹੈ ਨਾ ਕਿ ਤੁਸੀਂ ਇਹ ਸੋਚਦੇ ਕਿ ਸ਼ਾਇਦ ਅਸੀਂ ਬਚੇ ਰਹਿ ਜਾਵਾਂਗੇ, ਬਾਕੀ ਸੂਬਿਆਂ ਦੇ ਹੱਕ ਖੋਏ ਜਾਣਗੇ। ਥੋੜਾ ਇਹਦੇ ਤੋਂ ਵੀ ਬਚਾਉਣ ਦੀ ਲੋੜ ਹੈਗੀ ਨਾ ਕਿ ਸਾਰੇ ਸੂਬਿਆਂ ਨੂੰ ਹੀ ਆਪਣੇ ਹੱਕਾਂ ਲਈ ਲੜਨਾ ਚਾਹੀਦਾ। ਨਹੀਂ, ਇਹ ਲੋਕਾਂ ਦੇ ਹੱਥ ਤਾਕਤ ਹੁੰਦੀ ਹੈ ਨਾ। ਜੇ ਸਟੇਟ ਗਲਤ ਫੈਸਲਾ ਕੋਈ ਲੋਕ ਹਰਾ ਦੇਣਗੇ। ਜਦੋਂ ਗਣਤੰਤਰ ਹੈ ਸਾਡਾ, ਲੋਕਾਂ ਦਾ ਰਾਜ ਆ, ਇਹ ਹਾਲੇ ਲੋਕਾਂ ਦਾ ਰਾਜ ਨਾ ਬਣਾਇਆ ਜਾ ਰਿਹਾ। ਇਹ ਪੈਸੇ ਦੇ ਜ਼ੋਰ ਤੇ, ਡੰਡੇ ਦੇ ਜ਼ੋਰ ਤੇ ਹਾਲੇ ਇਲੈਕਸ਼ਨਾਂ ਹੁੰਦੀਆਂ। ਤੁਹਾਡੇ ਸਾਹਮਣੇ ਮੈਂ ਹੁਣ ਦੱਸ ਕੇ ਹਟਿਆ ਵੀ 3-4 ਸੂਬਿਆਂ 'ਚ ਬੀਜੇਪੀ ਹਾਰ ਗਈ। ਬੀਜੇਪੀ ਦੀ ਸਟੇਟ ਵਿੱਚ ਹੀ ਬੀਜੇਪੀ ਹਾਰ ਗਈ, ਜਿਹੜੀਆਂ ਲੋਕਲ ਇਲੈਕਸ਼ਨ ਕਦੇ ਨਹੀਂ ਹਾਰਦੀ ਹੁੰਦੀ। ਇਹ ਮਤਲਬ ਕਿਸਾਨ ਅੰਦੋਲਨ ਦਾ ਇੱਕ ਉਹਦਾ ਪ੍ਰੈਸ਼ਰ ਆ ਲੋਕਾਂ 'ਤੇ। ਇੱਕ ਬੀਜੇਪੀ ਦੇ ਐਡਾ ਪ੍ਰੈਸ਼ਰ ਆ ਜਿਹੜਾ ਉਹ ਏਜੰਡਾ ਲੈ ਕੇ ਆਉਣਾ ਚਾਹੁੰਦੀ ਸੀ। ਸੀਏ ਲਾਗੂ ਕਰਨੀਆਂ ਜੀ, ਹਿੰਦੂ ਰਾਜ ਬਣਾਉਣਾ ਜੀ, 20 ਤਰ੍ਹਾਂ ਦੇ ਨਾਅਰੇ ਲਾਉਂਦੀ ਸੀ ਨਾ। ਉਹ ਸਾਰੇ ਨਾਅਰੇ ਕਿੱਥੇ ਗਏ? ਅੱਜ ਨਾਅਰਾ ਕਿਸਾਨ ਵਾਸਤੇ ਸਰਕਾਰ ਆ ਗਿਆ। ਤੁਹਾਡਾ ਮੀਡੀਆ ਵੀ, ਪ੍ਰਿੰਟ ਮੀਡੀਆ ਵੀ ਸਾਰਾ ਕਿਸਾਨ 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 ਕਿਉਂ ਹੋ ਰਹੀ ਆ? ਸਾਡੇ ਸੱਦੇ ਦੇ ਕਦੇ ਦੋ ਨਹੀਂ ਸੀ ਮੀਡੀਆ ਵਾਲੇ ਆਉਂਦੇ, ਅੱਜ ਸਾਰਾ ਮੀਡੀਆ ਤੇ ਖੜਾ ਕਿਉਂਕਿ ਅਸੀਂ ਕਿਸਾਨਾਂ ਨੇ ਇੱਕ ਕਿੱਤੇ ਤੌਰ ਤੇ ਇਕੱਠੇ ਹੋ ਗਏ ਹਾਂ। ਮਜ਼ਦੂਰਾਂ ਦੇ ਐਡਾ ਵੱਡਾ ਹਮਲਾ ਕੀਤਾ, ਮਜ਼ਦੂਰ ਐਡਾ ਹਮਲਾ ਨਹੀਂ ਮਾਰ ਸਕੇ। ਅੱਜ ਉਹ ਵੀ ਸਾਡੇ ਹਮਾਇਤ ਤੇ ਆਏ ਆ। 26 ਨੂੰ ਅਸੀਂ ਭਾਰਤ ਬੰਦ ਕਰ ਰਹੇ ਹਾਂ। ਜਿਹੜਾ ਨਵਾਂ ਕਾਨੂੰਨ ਲਿਆਂਦਾ ਉਹਨੇ ਕਿਸਾਨਾਂ ਦੀ ਮਾਲਕੀ ਦੇ ਪੈਸਿਆਂ ਵਾਲਾ 5 ਤਰੀਕ ਨੂੰ ਐਫਸੀ ਦਫ਼ਤਰ ਬੰਦ ਕਰ ਰਹੇ ਹਾਂ 11 ਤੋਂ 6 ਵਜੇ ਤੱਕ। ਇਹ ਘੋਲ ਲਗਾਤਾਰ ਚੱਲਣਾ, ਜਿੱਤ ਤੱਕ ਚੱਲਣਾ। ਘੋਲ ਦਾ ਰੂਪ ਬਦਲ ਸਕਦਾ ਪਰ ਘੋਲ ਵਾਪਸ ਨਹੀਂ ਹੋਊਗਾ। ਘੋਲ ਵਾਪਸ ਨਹੀਂ ਹੋਏਗਾ, ਘੋਲ ਦਾ ਰੂਪ ਬਦਲ ਸਕਦਾ। ਕਿਸਾਨ ਵਰਸਸ ਸਰਕਾਰ। ਸਿੱਧੇ ਤੌਰ ਤੇ ਕੁਲਵੰਤ ਸਿੰਘ ਸੰਧੂ ਹੋਰਾਂ ਨੇ ਕਹਿਤਾ ਕਿ ਇਹ ਲੜਾਈ ਹੁਣ ਕਿਸਾਨ ਵਰਸਸ ਸਰਕਾਰ ਬਣ ਚੁੱਕੀ ਹੈ। ਇਹਦੇ ਰੂਪ ਬਦਲਦੇ ਨਜ਼ਰ ਆਉਣਗੇ ਪਰ ਨਾ ਤਾਂ ਇਹ ਘੋਲ ਵਾਪਸ ਲਿਆ ਜਾਏਗਾ ਤੇ ਨਾ ਇਸ ਘੋਲ ਨੂੰ ਕਿਸੇ ਸਿੱਟੇ ਤੇ ਜਾਂ ਜਿੱਤ ਵੱਲ ਪਹੁੰਚਾਇਆ ਵਾਪਸ ਮੁੜਿਆ ਜਾਏਗਾ। ਫਿਲਹਾਲ ਭਵਿੱਖ ਕੀ ਹੋਏਗਾ ਇਹ ਦੇਖਿਆ ਜਾਏਗਾ। ਪਰ ਬਲਬੀਰ ਸਿੰਘ ਰਾਜੇਵਾਲ ਬਾਰੇ ਕੁਲਵੰਤ ਸਿੰਘ ਸੰਧੂ ਹੋਰਾਂ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਮਾਇਨੇ ਖੇਜ ਆ ਕਿ ਕਿਸੇ ਸਮੇਂ ਉਹ ਵਿਸ਼ਵ ਵਪਾਰ ਦੀਆਂ ਸਿਫਾਰਸ਼ਾਂ ਦੀ ਹਮਾਇਤ ਕਰਿਆ ਕਰਦੇ ਸੀਗੇ ਪਰ ਹੁਣ ਬਦਲਾਅ ਆ ਗਿਆ ਉਹਨਾਂ ਦੇ ਵਿੱਚ। ਬਦਲਾਅ ਆਉਣਾ ਵੀ ਬੜਾ ਜ਼ਰੂਰੀ ਹੁੰਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਤੁਹਾਨੂੰ ਹੌਲੀ ਹੌਲੀ ਕਰਕੇ ਸਮਝ ਆਉਂਦੀਆਂ ਨੇ। ਇਹ ਬਹੁਤ ਮਹੱਤਵਪੂਰਨ ਬਿਆਨ ਸੀ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਬੰਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।